ਭਾਈ ਮੂਲਾ ਕੀੜ ਲਾਹੌਰੀਆ। ਮੂਲਾ ਕੀੜ ਲਾਹੌਰ ਦਾ ਸ਼ਾਹੂਕਾਰ ਤੇ ਸੌਦਾਗਰ ਸੀ। ਸਮੇਂ ਦੇ ਚੱਕਰ ਨੇ ਇਸ ਦੀ ਬੁੱਧੀ ਨੂੰ ਭ੍ਰਿਸ਼ਟ ਕਰ ਦਿੱਤਾ। ਉਹ ਮਾੜੇ ਕਰਮ ਕਰਨ ਲੱਗਾ। ਸਭ ਤੋਂ ਵੱਡਾ ਮਾੜਾ ਕਰਮ ਜੂਆ ਖੇਡਣਾ ਸੀ। ਜੁਆਰੀਆਂ ਦੀਆਂ ਟੋਲੀਆਂ ਨਾਲ ਉੱਠਣਾ ਬੈਠਣਾ ਹੋ ਗਿਆ। ਜੂਆ ਖੇਡਦਿਆਂ ਹੋਇਆਂ ਜਿੱਤ ਨਾਲ ਹਾਰ ਜ਼ਰੂਰੀ ਹੁੰਦੀ ਹੈ। ਜਿਵੇਂ ਯੁਧਿਸ਼ਠਰ ਨੇ ਜੂਏ ਵਿੱਚ ਸਭ ਕੁਝ ਹਾਰ ਦਿੱਤਾ ਸੀ, ਤਿਵੇਂ ਮੂਲਾ ਕੀੜ ਵੀ ਸਾਰੇ ਧਨ ਪਦਾਰਥ ਨੂੰ ਹਾਰ ਕੇ ਕੰਗਾਲ ਹੋ ਗਿਆ। ਘਰ ਦਾ ਮਕਾਨ ਤੇ ਘਰ ਦੇ ਭਾਂਡੇ ਰਹਿ ਗਏ। ਜੂਏ ਵਿੱਚ ਸਭ ਕੁਝ ਹਾਰ ਕੇ ਘਰ ਲੰਮਾ ਆ ਪਿਆ। ਮੂਲੇ ਕੀੜ ਦੀ ਇਸਤਰੀ ਬਹੁਤ ਨੇਕ ਤੇ ਸਤਵੰਤੀ ਸੀ। ਉਸਨੇ ਮੂਲੇ ਨੂੰ ਜੂਆ ਖੇਡਣ ਤੋਂ ਬਹੁਤ ਰੋਕਿਆ ਸੀ। ਕਈ ਵਾਰ ਲੜੀ ਤੇ ਭੁੱਖੀ ਰਹੀ, ਪਰ ਮੂਲਾ ਨਾ ਮੰਨਿਆ। ਜਦੋਂ ਮੂਲਾ ਸਭ ਕੁਝ ਹਾਰ ਗਿਆ ਤੇ ਉਸਦੀ ਇਸਤਰੀ ਤੇ ਬੱਚੇ ਭੁੱਖੇ ਮਰਨ ਲੱਗੇ ਤਾਂ ਉਹ ਵਿਚਾਰੀ ਰਾਤ ਦਿਨ ਰੋਣ ਲੱਗੀ। ਮੂਲੇ ਦੇ ਗੁਆਂਢ ਵਿੱਚ ਇੱਕ ਐਸਾ ਨੇਕ ਪਰਿਵਾਰ ਰਹਿੰਦਾ ਸੀ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਰਸਾਇਆ ਹੋਇਆ ਸੀ। ਗੁਰੂ ਜੀ ਨੂੰ ਮਿਲਣ ਵਾਸਤੇ ਕਰਤਾਰਪੁਰ ਪਹੁੰਚਦਾ, ਗੁਰੂ ਜੀ ਕੋਲੋਂ ਉਪਦੇਸ਼ ਸੁਣਦਾ ਤੇ ਗੁਰੂ ਦੀਆਂ ਬਖਸ਼ੀਆਂ ਰਿੱਧੀਆਂ ਸਿੱਧੀਆਂ ਨਾਲ ਜੀਵਨ ਤੇ ਸੁਖੀ ਤੇ ਸ਼ਾਂਤੀ ਭਰਪੂਰ ਦਿਹਾੜੇ ਗੁਜ਼ਾਰਦਾ। ਉਸ ਪਰਿਵਾਰ ਦੀ ਇੱਕ ਇਸਤਰੀ ਮੂਲੇ ਕੀੜ ਦੇ ਘਰ ਆਈ। ਮੂਲੇ ਕੀੜ ਦੀ ਇਸਤਰੀ ਨੂੰ ਰੋਂਦਿਆਂ ਦੇਖ ਸੁਣ ਕੇ ਉਸਨੂੰ ਬਹੁਤ ਤਰਸ ਆਇਆ। ਹਮਦਰਦੀ ਨਾਲ ਉਸਨੇ ਮੂਲੇ ਕੀੜ ਦੀ ਪਤਨੀ ਨੂੰ ਇਹ ਸਲਾਹ ਦਿੱਤੀ, ਭੈਣ, ਰੋਣ ਦਾ ਕੁਝ ਲਾਭ ਨਹੀਂ। ਰੋਣ ਨਾਲ ਸਰੀਰ ਦਾ ਸਤਿਆਨਾਸ਼ ਹੁੰਦਾ ਹੈ। ਹੌਸਲਾ ਕਰ। ਰਾਮ ਦੇ ਭਾਈਏ ਨੂੰ ਨਾਲ ਲੈ ਕੇ ਕਰਤਾਰਪੁਰ ਪੁੱਜ। ਗੁਰੂ ਜੀ ਦੇ ਚਰਨਾਂ ਉੱਤੇ ਮੱਥਾ ਟੇਕ। ਭਲਾ ਕਿਤੇ ਕਰਤਾਰ ਭੁੱਲਾਂ ਬਖਸ਼ੇ, ਇਹਨਾਂ ਨੂੰ ਸੁਮਤ ਬਖਸ਼ੇ ਤੇ ਸਿੱਧੇ ਰਾਹ ਪਾਏ। ਗੁਰੂ ਜੀ ਬਰਕਤਾਂ ਵਾਲੇ ਹਨ। ਉਹਨਾਂ ਦੇ ਦਰਸ਼ਨ ਕਰਕੇ ਪਾਪੀ ਤੇ ਮਨਮਤੀਏ ਬਖਸ਼ੇ ਜਾਂਦੇ ਹਨ। ਉਹ ਦਾਤੇ ਨੇ। ਉਹਨਾਂ ਦੀਆਂ ਮਿਹਰਾਂ ਨੇ ਕਈਆਂ ਦੇ ਬੇੜੇ ਪਾਰ ਕਰ ਦਿੱਤੇ ਹਨ। ਪ੍ਰਤਾਪੀ ਦੇ ਘਰ ਕਿੰਨੀ ਕੰਗਾਲੀ ਸੀ, ਦੇਖ ਹੁਣ ਰਾਜ ਕਰ ਰਹੀ ਹੈ। ਉਹ ਹਰ ਮਹੀਨੇ ਦੇ ਮਹੀਨੇ ਗੁਰੂਆਂ ਦੇ ਦਰਸ਼ਨ ਕਰਨ ਵਾਸਤੇ ਜਾਂਦੀ ਹੈ। ਸਵੇਰੇ ਅਸਾਂ ਕਰਤਾਰਪੁਰ ਜਾਣਾ ਹੈ। ਦੋਵੇਂ ਜੀ ਜ਼ਰੂਰ ਸਾਡੇ ਨਾਲ ਚੱਲੋ। ਮੂਲੇ ਕੀੜੇ ਦੀ ਇਸਤਰੀ ਨੂੰ ਇਹ ਸਲਾਹ ਬਹੁਤ ਚੰਗੀ ਲੱਗੀ। ਕਹਿੰਦੇ ਨੇ, ਡੁੱਬਦਾ ਹੋਇਆ ਆਦਮੀ ਜਾਨ ਬਚਾਉਣ ਵਾਸਤੇ ਇੱਧਰ ਉੱਧਰ ਹੱਥ ਮਾਰਦਾ ਹੈ ਕਿ ਕਿਵੇਂ ਉਸਨੂੰ ਕੋਈ ਆਸਰਾ ਮਿਲ ਜਾਵੇ। ਮੂਲੇ ਕੀੜੇ ਦੀ ਪਤਨੀ ਨੇ ਗੁਰੂ ਨਾਨਕ ਜੀ ਦਾ ਨਾਮ ਤਾਂ ਸੁਣਿਆ ਹੋਇਆ ਸੀ, ਪਰ ਮੂਲਾ ਉਸਦੇ ਆਖੇ ਨਹੀਂ ਸੀ ਲੱਗਦਾ ਜੋ ਘਰੋਂ ਚੱਲ ਕੇ ਗੁਰੂਆਂ ਦੇ ਦਰਸ਼ਨ ਕਰ ਸਕੇ। ਭੈੜਾ ਜਿਹਾ ਮੂੰਹ ਬਣਾਈ ਰਾਤ ਨੂੰ ਮੂਲਾ ਕੀੜਾ ਘਰ ਆਇਆ। ਸਾਰੇ ਦਿਨ ਦਾ ਢਿੱਡੋਂ ਭੁੱਖਾ ਸੀ। ਉਸ ਦੀਆਂ ਆਂਦਰਾਂ ਉਹਦੀਆਂ ਮੂਰਖਤਾ ਉੱਤੇ ਰੋ ਰਹੀਆਂ ਸਨ। ਉਹਦੀ ਮੰਦ ਭਾਗਣ ਘਰਵਾਲੀ ਨੇ ਸੁੱਕੀਆਂ ਰੋਟੀਆਂ ਉਹਦੇ ਅੱਗੇ ਰੱਖੀਆਂ। ਉਹਨਾਂ ਨੂੰ ਖਾ ਚੁੱਕਿਆ ਤਾਂ ਉਹਦੀ ਵਹੁਟੀ ਨੇ ਗੱਲ ਛੇੜੀ। ਮੈਂ ਕਿਹਾ, ਜੀ ਹੁਣ ਇਸ ਤਰ੍ਹਾਂ ਵੇਲੇ ਫਿਰਿਆ ਤਾਂ ਝੱਟ ਨਹੀਂ ਲੰਘਣਾ। ਨਾ ਚੰਗੇ ਜੂਏ ਵਿੱਚੋਂ ਤੁਸਾਂ ਨੂੰ ਜਿੱਤ ਹੋਣੀ ਹੈ। ਜੂਆ ਮਹਾ ਪਾਪ ਹੈ, ਤਬਾਹੀ ਦਾ ਮੂਲ ਹੈ। ਇਸੇ ਜੂਏ ਨੇ 5 ਪਾਂਡਵਾਂ ਨੂੰ ਬਨਵਾਸ ਭੇਜਿਆ, ਦ੍ਰੋਪਦੀ ਦੀ ਨਿਰਾਦਰੀ ਕਰਵਾਈ ਸੀ। ਜੂਏ ਤੋਂ ਕਦੀ ਕਿਸੇ ਦਾ ਕੁਝ ਨਹੀਂ ਹੋਇਆ। ਕੋਡੀ ਕੋਡੀ ਦੇ ਆਦਮੀ ਬਾਹਰ ਗਿਆ ਮੈਨੂੰ ਟਿਚਕਰਾਂ ਕਰਦੇ ਨੇ। ਕੱਲ ਜਿਹੜੇ ਚਾਚੀ ਜੀ ਮਾਤਾ ਜੀ ਆਖ ਕੇ ਬੁਲਾਉਂਦੇ ਸੀ, ਉਹ ਅੱਜ ਭਾਬੀ ਆਖ ਰਹੇ ਨੇ। ਇਸ ਚੰਦਰੇ ਤੇ ਅਨ ਸਤਕਾਰੇ ਜੀਵਨ ਨਾਲੋਂ ਮਰਨਾ ਚੰਗਾ ਹੈ। ਮੂਲਾ ਕੀੜਾ ਭਾਗਾਂ ਨੇ ਹਾਰ ਦਿੱਤੀ। ਕਿਸੇ ਕੋਲੋਂ ਫੜ ਕੇ 2 ਰੁਪਏ ਅੱਜ ਦਾਅ ਉੱਤੇ ਲਾਏ, ਪਰ ਹਾਰ ਗਿਆ। ਹਾਰ ਮੇਰੇ ਭਾਗਾਂ ਵਿੱਚ ਹਾਰ ਹੈ। ਅੱਜ ਜੇ ਮੈਂ ਸੋਨੇ ਨੂੰ ਹੱਥ ਲਾਵਾਂਗਾ ਤਾਂ ਉਹ ਵੀ ਮਿੱਟੀ ਹੋ ਜਾਵੇਗਾ। ਦੱਸ ਮੈਂ ਕੀ ਕਰਾਂ? ਜੀ ਮੈਂ ਤਾਂ ਮੇਰਾ ਵੀ ਕਰਦਾ ਹੈ ਕਿਸੇ ਖੂਹ ਵਿੱਚ ਛਾਲ ਹੀ ਮਾਰ ਦੇਵਾਂ, ਪਰ ਫਿਰ ਆਸ ਆਸਰੇ ਜਿਉਂਦਾ ਹਾਂ ਕਿ ਕਦੀ ਤਾਂ ਖੇਡ ਪਾਸਾ ਪਰਤੇਗੀ। ਜੋਤਸ਼ੀ ਆਖਦਾ ਹੈ ਕੱਲ ਜ਼ਰੂਰ ਦਾਅ ਤੇਰੇ ਹੱਕ ਵਿੱਚ ਆਵੇਗਾ। ਮੈਂ ਵੀ ਸੋਚਦਾ ਹਾਂ ਜੂਏ ਦਾ ਘਾਟਾ ਜੂਏ ਤੋਂ ਹੀ ਪੂਰਾ ਹੋ ਸਕਦਾ ਹੈ। ਮੂਲੇ ਦੀ ਇਸਤਰੀ ਕੂੜ, ਮਹਾਕੂੜ, ਜੂਏ ਤੋਂ ਕਦੀ ਕੋਈ ਰੱਜ ਕੇ ਰੋਟੀ ਨਹੀਂ ਖਾ ਸਕਦਾ। ਇੱਕ ਗੱਲ ਮੇਰੀ ਮੰਨੋ, ਸਾਰੀ ਉਮਰ ਆਪਾਂ ਹੁਦਰੀਆਂ ਕਰਦੇ ਰਹੇ ਹਾਂ। ਜੇ ਮੰਨੋ ਤਾਂ ਸ਼ਾਇਦ ਭਾਗਾਂ ਦਾ ਚੱਕਰ ਸਿੱਧਾ ਚੱਲਣ ਲੱਗ ਪਵੇ। ਮੂਲਾ, ਕਿਹੜੀ ਗੱਲ ਮੰਨਾਂ? ਮੂਲੇ ਦੀ ਇਸਤਰੀ, ਕਰਤਾਰਪੁਰ ਸ੍ਰੀ ਗੁਰੂ ਨਾਨਕ ਦੇਵ ਜੀ ਹਨ। ਉਹਨਾਂ ਦੇ ਚਰਨਾਂ ਉੱਤੇ ਮੱਥਾ ਟੇਕਣ ਤੇ ਮੰਦ ਭਾਗੀ ਤੋਂ ਮੰਦ ਭਾਗੀ ਤਰ ਜਾਂਦੇ ਹਨ। ਜੇ ਦਰਸ਼ਨ ਕਰ ਆਉਂਦੇ ਹਾਂ, ਉਹਨਾਂ ਨੂੰ ਕਿਸੇ ਗੱਲ ਦੀ ਥੋੜ ਨਹੀਂ ਰਹਿੰਦੀ। ਸਵੇਰੇ ਰਾਮ ਦਿੱਤੀ ਤੇ ਕੁਸ਼ਲਿਆ ਹੋਰਾਂ ਸਾਰੇ ਪਰਿਵਾਰ ਜਾਣਾ ਹੈ। ਆਪਾਂ ਵੀ ਚੱਲੀਏ। ਸ਼ਾਇਦ ਗੁਰੂ ਜੀ ਮਿਹਰ ਕਰਨ, ਭੁੱਲਾਂ ਬਖਸ਼ ਦੇਣ, ਚੰਗੇ ਦਿਨ ਆ ਜਾਣ, ਘਰੋਂ ਗਈਆਂ ਬਰਕਤਾਂ ਮੁੜ ਆਉਣ। ਜ਼ਰੂਰ ਆਖੇ ਲੱਗੋ ਤੇ ਸਵੇਰੇ ਸੰਗ ਸਾਥ ਚੱਲੋ। ਮੂਲਾ ਕੀੜਾ ਕਈ ਤਰ੍ਹਾਂ ਦੇ ਬਹਾਨੇ ਤੇ ਨਾ ਨੁੱਕਰ ਕਰਦਾ ਰਿਹਾ, ਪਰ ਉਸਦੀ ਪਤਨੀ ਨੇ ਰੋ ਰੋ ਕੇ ਆਖ ਕਰਤਾਰਪੁਰ ਚੱਲਣ ਵਾਸਤੇ ਤਿਆਰ ਕਰ ਹੀ ਲਿਆ। ਸਵੇਰੇ ਸੰਗ ਨੇ ਤੁਰਨਾ ਸੀ। ਮੂਲਾ ਕੀੜ ਤੇ ਉਸਦੀ ਪਤਨੀ ਬੱਚਿਆਂ ਸਮੇਤ ਸੰਗ ਨਾਲ ਤੁਰ ਗਏ। ਦੂਸਰੇ ਦਿਨ ਸੰਗ ਕਰਤਾਰਪੁਰ ਪਹੁੰਚ ਪਿਆ। ਜਿਸ ਵੇਲੇ ਸੰਗ ਕਰਤਾਰਪੁਰ ਪੁੱਜਾ, ਉਸ ਵੇਲੇ ਦੀਵਾਨ ਲੱਗਾ ਹੋਇਆ ਸੀ। ਗੁਰੂ ਜੀ ਕੀਰਤਨ ਕਰ ਰਹੇ ਹਨ। ਅਰਸ਼ੀ ਬਾਣੀ ਦਾ ਗਾਇਨ ਹੋ ਰਿਹਾ ਸੀ। ਜਦੋਂ ਮੂਲੇ ਕੀੜ ਤੇ ਉਸਦੀ ਪਤਨੀ ਨੇ ਗੁਰੂ ਜੀ ਦੀ ਹਜ਼ੂਰੀ ਵਿੱਚ ਮੱਥਾ ਟੇਕਿਆ ਤਾਂ ਉਦੋਂ ਇਹ ਤੁਕ ਆਈ, ਚੋਰ ਯਾਰ ਜੁਆਰ ਪੀੜੈ ਕਾਣੀਐ, ਨਿੰਦਕ ਲਾਏ ਤਬਾਰ ਮਿਲ ਹੜਵਾਣੀਐ। ਜਿਵੇਂ ਤਿੱਖਾ ਤੀਰ ਕਿਸੇ ਦੀ ਹਿੱਕ ਵਿੱਚ ਵੱਜ ਕੇ ਉਸਨੂੰ ਘਾਇਲ ਕਰ ਦਿੰਦਾ ਹੈ, ਤਿਵੇਂ ਇਹ ਮਹਾਵਾਕ ਚੋਰ ਯਾਰ ਜੁਆਰ ਪੀੜੈ ਕਾਣੀਐ ਮੂਲੇ ਕੀੜ ਦੇ ਸੀਨੇ ਵਿੱਚ ਖੁੱਭ ਗਿਆ। ਉਸਦਾ ਸਾਰਾ ਸਰੀਰ ਲਰਜ਼ ਗਿਆ। ਕੀਤੇ ਪਾਪ ਚੇਤੇ ਆ ਗਏ। ਭੈਭੀਤ ਹੋ ਗਿਆ। ਬੇਬਲ ਹੋ ਕੇ ਗੁਰੂ ਜੀ ਦੇ ਚਰਨਾਂ ਉੱਪਰ ਜਾ ਡੱਠਾ। ਦਾਤਾ ਮੈਨੂੰ ਬਖਸ਼, ਮੈਂ ਪਾਪੀ ਹਾਂ, ਮੈਂ ਭੁੱਲੜ। ਇਹ ਸ਼ਬਦ ਉਸਦੇ ਗਲੇ ਵਿੱਚੋਂ ਬਹੁਤ ਮੁਸ਼ਕਲ ਨਾਲ ਨਿਕਲੇ।
ਡੁੱਬੀ ਡੁੱਬੀ ਰੋਣ ਲੱਗ ਪਿਆ। ਜਗਤ ਦੇ ਤਾਰਨਹਾਰ ਨਿਰੰਕਾਰੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਮਿਹਰ ਦੀ ਨਿਗਾਹ ਕਰਕੇ ਨਿਹਾਲ ਕਰ ਦਿੱਤਾ, ਪਾਪ ਤੇ ਦਲਿੱਦਰ ਦਾ ਨਾਸ਼ ਕਰ ਦਿੱਤਾ। ਦੋਹਾਂ ਜੀਆਂ ਨੂੰ ਹੁਕਮ ਕੀਤਾ ਕਿ ਸਾਧ ਸੰਗਤ ਦੀ ਸੇਵਾ ਕਰੋ। ਦੋਵੇਂ ਜੀ ਗੁਰੂ ਦੇ ਲੰਗਰ ਵਿੱਚ ਸੇਵਾ ਕਰਨ ਲੱਗ ਪਏ। ਜਿਉਂ-ਜਿਉਂ ਸੇਵਾ ਕਰਦੇ ਰਹੇ ਤਿਉਂ-ਤਿਉਂ ਉਹਨਾਂ ਦੇ ਭਾਗ ਦਾ ਚੱਕਰ ਸਿੱਧਾ ਮੁੜਨ ਲੱਗ ਪਿਆ। ਪੂਰਾ 1 ਮਹੀਨਾ ਗੁਰੂ ਜੀ ਦੀ ਹਜ਼ੂਰੀ ਵਿੱਚ ਸੇਵਾ ਕਰਨ ਪਿੱਛੋਂ ਗੁਰੂ ਜੀ ਕੋਲੋਂ ਆਗਿਆ ਲੈ ਕੇ ਦੋਵੇਂ ਲਾਹੌਰ ਮੁੜ ਆਏ। ਪੂਰੇ ਸਤਸੰਗੀ ਹੋ ਗਏ, ਹਰ ਕੀਰਤਨ ਸੁਣਨ ਦੇ ਪ੍ਰੇਮੀ ਬਣ ਗਏ। ਚੋਰਾਂ ਯਾਰਾਂ ਤੇ ਜਵਾਰੀਆਂ ਦਾ ਸੰਗ ਛੱਡ ਦਿੱਤਾ। ਭਗਤਾਂ ਦੇ ਨੇਕ ਪੁਰਸ਼ਾਂ ਦੇ ਕੋਲ ਬੈਠ ਕੇ ਚੰਗੇ ਬਚਨ ਸੁਣਨ ਲੱਗਾ। ਥੋੜ੍ਹੀ ਜਿਹੀ ਪੂੰਜੀ ਨਾਲ ਦੁਕਾਨ ਪਾਈ। ਅਕਾਲ ਪੁਰਖ ਦੀ ਕਿਰਪਾ, ਗੁਰੂ ਜੀ ਦੀ ਮਿਹਰ ਨਾਲ ਥੋੜ੍ਹੀ ਪੂੰਜੀ ਤੋਂ ਬਹੁਤ ਲਾਭ ਹੋਇਆ। ਹਜ਼ਾਰਾਂ ਰੁਪਏ ਦਾ ਵਪਾਰ ਤੁਰ ਪਿਆ। ਜਿਸ ਚੰਗੀ ਹਾਲਤ ਤੋਂ ਮੂਲਾ ਕੀੜਾ ਹੇਠਾਂ ਡਿੱਗਿਆ ਸੀ, ਉਸੇ ਚੰਗੀ ਹਾਲਤ ਤੇ ਮੁੜ ਪਹੁੰਚ ਗਿਆ। ਹੁਣ ਉਸਦੇ ਘਰ ਸਾਧੂ ਸੰਤ ਆਉਂਦੇ, ਗਰੀਬਾਂ ਨੂੰ ਅੰਨ ਤੇ ਕੱਪੜਾ ਦਿੱਤਾ ਜਾਂਦਾ। ਸਵੇਰੇ ਤੇ ਸ਼ਾਮ ਨੂੰ ਗੁਰੂ ਜੀ ਦੀ ਬਾਣੀ ਦਾ ਪਾਠ ਦੋਵੇਂ ਜੀ ਕਰਦੇ। ਮੂਲੇ ਕੀੜੇ ਦੀ ਇਸਤਰੀ ਭਾਗਾਂ ਵਾਲੀ ਇਸਤਰੀ ਸੀ। ਇੱਕ ਦਿਨ ਇੱਕ ਚੋਰ ਸਾਧੂ ਦਾ ਭੇਸ ਧਾਰ ਕੇ ਮੂਲੇ ਕੀੜੇ ਦੇ ਘਰ ਆ ਗਿਆ। ਉਸ ਵੇਲੇ ਤਰਕਾਲਾਂ ਦਾ ਵੇਲਾ ਸੀ। ਚੋਰ ਸਾਧੂ ਨੇ ਇੱਛਾ ਪ੍ਰਗਟ ਕੀਤੀ ਕਿ ਉਹ ਰਾਤ ਮੂਲੇ ਦੇ ਗ੍ਰਹਿ ਵਿਖੇ ਰਹਿਣਾ ਚਾਹੁੰਦਾ ਹੈ। ਮੂਲੇ ਨੂੰ ਸਭ ਸਾਧੂ ਰੱਬ ਦੇ ਸੱਚੇ ਤੇ ਨੇਕ ਭਗਤ ਪ੍ਰਤੀਤ ਹੁੰਦੇ ਸਨ। ਉਸਨੂੰ ਖੁਸ਼ੀ ਹੋਈ ਕਿ ਉਸਨੇ ਚੋਰ ਸਾਧੂ ਨੂੰ ਆਖਿਆ, ਮਹਾਤਮਾ ਜੀ ਸਦਕੇ ਰਹੋ, ਮੇਰੇ ਧੰਨ ਭਾਗ ਜੇ ਸਾਧੂ ਮੇਰੇ ਘਰ ਰਹਿਣ। ਮੇਰਾ ਘਰ ਪਵਿੱਤਰ ਹੋਵੇਗਾ। ਮੈਂ ਸੇਵਾ ਕਰਕੇ ਜਨਮ ਸਫਲ ਕਰਾਂਗਾ। ਸ਼੍ਰੀ ਗੁਰੂ ਨਾਨਕ ਦੇਵ ਜੀ ਮਿਹਰ ਕਰਨਗੇ। ਉਹਨਾਂ ਦੀ ਦਇਆ ਦਾ ਹੱਥ ਮੇਰੇ ਸਿਰ ਉੱਪਰ ਹੈ। ਘਰ ਵਿੱਚ ਸਾਧੂ ਆਇਆ ਦੇਖ ਕੇ ਮੂਲੇ ਕੀੜੇ ਦੀ ਪਤਨੀ ਬਹੁਤ ਖੁਸ਼ ਹੋਈ ਤੇ ਬੜੇ ਉਤਸ਼ਾਹ ਨਾਲ ਭੋਜਨ ਤਿਆਰ ਕਰਨ ਲੱਗ ਪਈ। ਰੀਝਾਂ, ਸ਼ਰਧਾ ਤੇ ਪਿਆਰ ਨਾਲ ਪ੍ਰਸ਼ਾਦ ਤਿਆਰ ਕੀਤਾ। ਚੋਰ ਸਾਧੂ ਨੂੰ ਚੁਕਾਇਆ ਤੇ ਮੰਜੇ ਉੱਤੇ ਬਿਸਤਰਾ ਵਿਛਾ ਕੇ ਰਾਤ ਆਰਾਮ ਕਰਨ ਵਾਸਤੇ ਬੇਨਤੀ ਕੀਤੀ। ਚੋਰ ਸਾਧੂ ਮੰਜੇ ਉੱਤੇ ਲੇਟ ਗਿਆ, ਪਰ ਸੁੱਤਾ ਨਹੀਂ, ਕਿਉਂਕਿ ਉਸਦੀ ਨੀਤ ਮਾੜੀ ਸੀ। ਉਹ ਭਗਤ ਦੇ ਘਰ ਵਿੱਚੋਂ ਚੋਰੀ ਕਰਨਾ ਚਾਹੁੰਦਾ ਸੀ। ਅੱਧੀ ਰਾਤ ਨੂੰ ਮੂਲਾ ਕੀੜ ਤੇ ਉਸਦਾ ਸਾਰਾ ਪਰਿਵਾਰ ਸੌਂ ਗਿਆ। ਪਰਿਵਾਰ ਨੂੰ ਸੁੱਤਿਆਂ ਦੇਖ ਕੇ ਚੋਰ ਸਾਧੂ ਉੱਠਿਆ ਤੇ ਸਮਾਨ ਵਾਲੇ ਕੋਠੇ ਦਾ ਜਿੰਦਰਾ ਤੋੜ ਕੇ ਅੰਦਰ ਚਲਾ ਗਿਆ। ਸੋਨੇ ਦੇ ਜੇਵਰਾਂ ਦਾ ਡੱਬਾ ਉਸਨੂੰ ਹੱਥ ਲੱਗ ਗਿਆ। ਉਸ ਡੱਬੇ ਨੂੰ ਕੱਛੇ ਮਾਰ ਕੇ ਰਾਤ ਨਾ ਜਾਣ ਦੀ ਵਿਉਂਤ ਸੋਚਣ ਲੱਗਾ। ਘਰ ਦੀ ਕੰਧ ਉੱਚੀ ਸੀ। ਬਾਹਰਲੀ ਡਿਓੜੀ ਦੇ ਦਰਵਾਜ਼ੇ ਨੂੰ ਜੰਦਰਾ ਵੱਜਾ ਹੋਇਆ ਸੀ। ਚੁੱਪਚਾਪ ਤੇ ਅਣਦੱਸੇ ਘਰੋਂ ਨਿਕਲ ਜਾਣ ਦਾ ਕੋਈ ਵਸੀਲਾ ਨਾ ਦੇਖ ਕੇ ਚੋਰ ਸਾਧ ਨੇ ਮੂਲੇ ਕੀੜ ਨੂੰ ਉਠਾਇਆ ਤੇ ਬੇਨਤੀ ਕੀਤੀ, ਮਹਾਰਾਜ ਮੈਨੂੰ ਜਾਣ ਦਿਓ। ਮੈਂ ਇਸ ਵੇਲੇ ਜੰਗਲ ਵਿੱਚ ਜਾ ਕੇ ਪ੍ਰਭੂ ਭਗਤੀ ਕਰਨੀ ਹੈ। ਅੱਧੀ ਰਾਤ ਬੀਤ ਗਈ ਹੈ ਤੇ ਹੁਣ ਬਹੁਤ ਹੀ ਮੇਰਾ ਨੇਮ ਹੈ ਕਿ ਮੈਂ ਅੱਧੀ ਰਾਤੀ ਕਿਸੇ ਦੇ ਘਰ ਨਹੀਂ ਰੁਕਦਾ। ਕਿਰਪਾ ਕਰਕੇ ਮੈਨੂੰ ਜਾਣ ਦਿਓ। ਤਾਰਿਆਂ ਦੀ ਛਾਵਾਂ ਖੁੱਲੇ ਆਸਮਾਨ ਹੇਠਾਂ ਪ੍ਰਭੂ ਸਿਮਰਨ ਕਰਦਾ ਹਾਂ। ਮੇਰੇ ਗੁਰਦੇਵ ਦਾ ਇਹੋ ਹੁਕਮ ਹੈ। ਚੋਰ ਸਾਧੂ ਦੇ ਬਚਨ ਸੁਣ ਕੇ ਮੂਲਾ ਕੀੜ ਉਸਨੂੰ ਰੋਕ ਨਾ ਸਕਿਆ। ਇਹ ਜ਼ਰੂਰ ਪ੍ਰਾਰਥਨਾ ਕੀਤੀ, ਮਹਾਤਮਾ ਜੀ ਸਵੇਰੇ ਜ਼ਰੂਰ ਦਰਸ਼ਨ ਦੇਣੇ। ਸੁੱਕਾ ਮਿੱਸਾ ਪ੍ਰਸ਼ਾਦਾ ਗਰੀਬ ਦੇ ਗ੍ਰਹਿ ਵਿਖੇ ਚੱਕਣਾ। ਮੇਰਾ ਤਾਂ ਕੁਝ ਨਹੀਂ, ਜੋ ਕੁਝ ਹੈ ਉਹ ਮੇਰੇ ਗੁਰੂ ਤੇ ਸਾਧ ਸੰਗਤ ਦਾ ਹੈ। ਇਹ ਆ ਕੇ ਮੂਲੇ ਨੇ ਬਾਹਰਲੇ ਬੂਹੇ ਜਿੰਦਰਾ ਖੋਲ੍ਹ ਲਿਆ। ਜਿੰਦਰਾ ਖੋਲ੍ਹ ਕੇ ਮੂਲਾ ਕੀੜ ਚੋਰ ਸਾਧੂ ਨੂੰ ਪ੍ਰਣਾਮ ਕਰਨ ਲੱਗਾ ਤਾਂ ਭਾਣਾ ਮਹਾਰਾਜ ਦਾ ਉਸ ਵੇਲੇ ਚੋਰ ਦੀ ਕੱਛ ਵਿੱਚੋਂ ਸੋਨੇ ਦੇ ਜੇਵਰਾਂ ਵਾਲਾ ਡੱਬਾ ਖਿਸਕ ਕੇ ਧਰਤੀ ਉੱਤੇ ਡਿੱਗ ਪਿਆ। ਉਸ ਦਾ ਚੋਖਾ ਖੜਕਾਰ ਹੋਇਆ। ਉਸ ਖੜਕਾਰ ਨੇ ਚੋਰ ਦੇ ਸਰੀਰ ਨੂੰ ਹਿਲਾ ਦਿੱਤਾ। ਉਸ ਦਾ ਦਿਲ ਧੜਕਣ ਲੱਗ ਪਿਆ, ਪਰ ਮੂਲੇ ਤੇ ਕੋਈ ਸ਼ੱਕ ਨਹੀਂ ਕੀਤਾ, ਸਗੋਂ ਡੱਬਾ ਚੁੱਕ ਕੇ ਆਪ ਚੋਰ ਨੂੰ ਫੜਾਉਂਦਾ ਹੋਇਆ ਆਖਿਆ, ਇਹ ਆਪ ਦੀ ਵਸਤੂ ਡਿੱਗ ਪਈ ਹੈ, ਇਸ ਨੂੰ ਸਾਂਭ ਕੇ ਰੱਖੋ, ਕਿਤੇ ਕਿਸੇ ਹੋਰ ਦੇ ਹੱਥ ਨਾ ਲੱਗ ਜਾਵੇ। ਕੰਬਦੇ ਹੱਥਾਂ ਨਾਲ ਚੋਰ ਸਾਧੂ ਨੇ ਮੂਲੇ ਕੀੜ ਦੇ ਹੱਥੋਂ ਡੱਬਾ ਫੜ ਲਿਆ। ਕੱਚੇ ਮਾਰ ਕੇ ਵਾਹੂ ਵਾਹੀ ਬਾਹਰ ਨਿਕਲ ਗਿਆ। ਮੂਲੇ ਕੀੜ ਨੇ ਦਰਵਾਜ਼ਾ ਬੰਦ ਕੀਤਾ। ਜਿੰਦਰਾ ਮਾਰ ਕੇ ਮੁੜ ਆਪਣੀ ਮੰਜੀ ਉੱਤੇ ਜਾ ਲੇਟਿਆ। ਉਸਨੂੰ ਇਹ ਫੁਰਨਾ ਵੀ ਨਹੀਂ ਫੁਰਿਆ ਕਿ ਇਹ ਸਾਧੂ ਰਾਤ ਕਿੱਧਰ ਗਿਆ ਹੈ। ਉਸਦੇ ਘਰ ਦਾ ਮਾਲ ਤਾਂ ਨਾ ਹੀ ਲੈ ਗਿਆ ਹੋਵੇ। ਪਰ ਉੱਧਰ ਚੋਰ ਸਾਧ ਦਾ ਹਾਲ ਸੁਣੋ। ਉਹ ਪਿੰਡ ਬਾਹਰ ਚਲਿਆ ਗਿਆ। ਬਾਹਰ ਪਹੁੰਚ ਕੇ ਉਸਨੇ ਡੱਬੇ ਨੂੰ ਖੋਲ੍ਹਿਆ ਤੇ ਸੋਨੇ ਦੇ ਜੇਵਰਾਂ ਦੇਖਿਆ। ਉਹ ਜੇਵਰ ਹਜ਼ਾਰਾਂ ਰੁਪਏ ਦੇ ਸਨ। ਬਹੁਤ ਖੁਸ਼ ਹੋਇਆ। ਉਸ ਖੁਸ਼ੀ ਦੇ ਨਾਲ ਉਸਨੂੰ ਹੈਰਾਨੀ ਵੀ ਸੀ ਕਿ ਮੂਲੇ ਕੀੜ ਨੇ ਆਪਣਾ ਮਾਲ ਦੇਖ ਕੇ ਵੀ ਉਸਨੂੰ ਕਿਉਂ ਨਹੀਂ ਰੋਕਿਆ, ਜਾਂ ਜੇਵਰਾਂ ਵਾਲਾ ਡੱਬਾ ਕਬਜ਼ੇ ਕਿਉਂ ਨਹੀਂ ਕੀਤਾ। ਮਨ ਹੀ ਮਨ ਖੁਸ਼ੀਆਂ ਕਰਦਾ ਆਇਆ ਚੋਰ ਸਾਧੂ ਡੱਬੇ ਨੂੰ ਬੰਦ ਕਰਕੇ ਅੱਗੇ ਤੁਰਿਆ। ਅਜੇ 10 ਕਦਮ ਨਹੀਂ ਸੀ ਤੁਰਿਆ ਕਿ ਇੱਕਦਮ ਉਸਦੀਆਂ ਅੱਖਾਂ ਮੀਟੀਆਂ ਗਈਆਂ। ਉਹ ਅੰਨਾ ਹੋ ਗਿਆ। ਉਸਨੂੰ ਆਪਣੇ ਹੱਥ ਵੀ ਦਿਸਣੋਂ ਹਟ ਗਏ। ਖਲੋ ਗਿਆ। ਪਿੱਛੇ ਮੁੜ ਕੇ ਦੇਖਿਆ ਤਾਂ ਉਸਨੂੰ ਸਭ ਕੁਝ ਦਿਸਿਆ। ਅੱਗੇ ਦੇਖਿਆ ਤਾਂ ਹਨੇਰਾ ਹੀ ਹਨੇਰਾ। ਉਹ ਬਹੁਤ ਪਰੇਸ਼ਾਨ ਹੋਇਆ ਤੇ ਡਰ ਗਿਆ ਕਿ ਇਹ ਕੀ ਕੋਤਕ ਹੋ ਰਿਹਾ ਹੈ। ਅੱਗੇ ਨੂੰ ਤੁਰਨ ਦਾ ਹੌਸਲਾ ਕੀਤਾ। ਅੰਨਾ ਰਿਹਾ। ਪੈਰ ਤੇ ਠੇਡੇ ਲੱਗਣ ਲੱਗੇ। ਉਸਦੀ ਆਤਮਾ ਨੇ ਉਸਨੂੰ ਲਾਹਨਤ ਪਾਈ। ਜੋ ਉਸਨੂੰ ਇੰਜ ਪ੍ਰਤੀਤ ਹੋਇਆ ਜਿਵੇਂ ਕੋਈ ਦੂਸਰਾ ਮਨੁੱਖ ਕਹਿ ਰਿਹਾ ਹੈ, ਮੂਰਖ, ਗੁਰੂ ਦੇ ਸਿੱਖ ਨੂੰ ਧੋਖਾ ਦੇ ਕੇ ਜਾ ਰਿਹਾ ਹੈ। ਇਹ ਵਸਤੂ ਉਸਦੀ ਨਹੀਂ, ਸਾਧ ਸੰਗਤ ਤੇ ਗੁਰੂ ਦੀ ਹੈ। ਪਿੱਛੇ ਮੁੜ ਕੇ ਉਹਦੇ ਘਰ ਜਾ ਕੇ ਮੋੜ ਆ, ਨਹੀਂ ਤੇ ਤਨ ਉੱਤੇ ਕਸ਼ਟ ਉਠਾ ਕੇ ਨਰਕਾਂ ਦਾ ਭਾਗੀ ਬਣੇਗਾ। ਚੋਰੀ ਕਰਨਾ ਪਾਪ ਹੈ। ਮਿੱਤਰ ਤੇ ਸਾਧ ਬਣ ਕੇ ਕਿਸੇ ਨਾਲ ਧੋਖਾ ਕਰਨਾ ਅਕਿਰਤਗਨਤਾ ਹੈ। ਅੱਗੇ ਤੁਰੇਂਗਾ ਤਾਂ ਕੁਝ ਨਜ਼ਰ ਨਹੀਂ ਆਉਣਾ, ਜੇ ਪਿੱਛੇ ਮੁੜੇਂਗਾ ਤਾਂ ਸੁਜਾਖਾ ਰਹੇਗਾ। ਚੋਰ ਆਪਣੀ ਆਤਮਾ ਦੇ ਬੋਲ ਨੂੰ ਸੁਣ ਕੇ ਘਬਰਾ ਗਿਆ। ਚਾਰ ਚੁਫੇਰੇ ਮੁੜ ਕੇ ਦੇਖਿਆ, ਹੈ ਕਿਸ ਨੇ ਇਹ ਸਿੱਖਿਆ ਦਿੱਤੀ। ਹੈਰਾਨੀ ਨਾਲ ਉਹਦੇ ਬੁੱਲਾਂ ਤੋਂ ਇਹ ਸਵਾਲ ਨਿਕਲਿਆ। ਇਹ ਸੱਚਮੁੱਚ ਭਗਤ ਹੈ, ਗੁਰੂ ਦਾ ਸੱਚਾ ਸਿੱਖ ਹੈ। ਪਿੱਛੇ ਹੀ ਮੁੜਨਾ ਪਵੇਗਾ। ਇਹ ਜੇਵਰ ਨਹੀਂ, ਮੈਨੂੰ
ਪਚ ਸਕਦੇ। ਚੋਰ ਦੀ ਆਤਮਾ ਨੂੰ ਸੱਤ ਦਾ ਗਿਆਨ ਹੋ ਗਿਆ। ਮੈਂ ਪਾਪੀ ਹਾਂ, ਮੈਂ ਭੁੱਲ ਕੀਤੀ ਹੈ, ਪ੍ਰਭੂ ਮੈਨੂੰ ਬਖਸ਼ੋ। ਇਹ ਆਖ ਕੇ ਪਿੱਛੇ ਨੂੰ ਮੁੜ ਗਿਆ। ਤੁਰਿਆ ਨਹੀਂ ਸਗੋਂ ਵਾਹੋ ਦਾ ਹੀ ਨੱਠ ਉੱਠਾ। ਮੁੱਲੇ ਗੇਟ ਦੇ ਬੂਹੇ ਅੱਗੇ ਆ ਕੇ ਜ਼ੋਰ ਨਾਲ ਆਵਾਜ਼ਾਂ ਮਾਰਨ ਲੱਗਾ, ਭਗਤ ਜੀ ਬੂਹਾ ਖੋਲ੍ਹੋ। ਉਸ ਦਾ ਇਹ ਬੋਲ ਸੁਣ ਕੇ ਮੁੱਲੇ ਕੀੜ ਉੱਠਿਆ ਤੇ ਬੂਹਾ ਖੋਲ੍ਹ ਕੇ ਤਾਂ ਉਹ ਚੋਰ ਸਾਧੂ ਨੇ ਕਾਹਲੀ ਨਾਲ ਮੁੱਲੇ ਦੇ ਪੈਰ ਫੜ ਲਏ। ਪੁੱਬਾਂ ਮਾਰ ਕੇ ਰੋ ਪਿਆ, ਮੈਨੂੰ ਬਖਸ਼ ਲੈ, ਮੈਂ ਪਾਪੀ, ਮੈਂ ਚੋਰ, ਮੈਂ ਤੇਰਾ ਜੇਵਰ ਚੋਰੀ ਕਰਕੇ ਲੈ ਗਿਆ ਸਾਂ। ਮੈਨੂੰ ਗਿਆਨ ਹੋ ਗਿਆ, ਮੈਂ ਚੋਰੀ ਨਹੀਂ ਕਰਾਂਗਾ, ਮੈਨੂੰ ਵੀ ਆਪਣੇ ਗੁਰੂ ਦੇ ਕੋਲ ਲੈ ਚੱਲ। ਮੁੱਲੇ ਕੀੜ ਨੇ ਚੋਰ ਦਾ ਸਿਰ ਚੁੱਕ ਕੇ ਉਸਨੂੰ ਛਾਤੀ ਨਾਲ ਲਾ ਲਿਆ। ਉਸਦੇ ਪਾਪ ਦੀ ਉਹਨੂੰ ਖਿਮਾ ਦਿੱਤੀ ਤੇ ਸਤਿਕਾਰ ਨਾਲ ਆਪਣੇ ਕੋਲ ਬਿਠਾ ਲਿਆ। ਉਹ ਚੋਰ ਅੱਗੇ ਨੂੰ ਚੋਰੀ ਤੇ ਠੱਗੀ ਛੱਡ ਕੇ ਗੁਰੂ ਨਾਨਕ ਦੇਵ ਜੀ ਦਾ ਸੱਚਾ ਸਿੱਖ ਬਣਿਆ ਤੇ ਉਸਨੇ ਆਪਣਾ ਜਨਮ ਸਫਲ ਕਰ ਲਿਆ।